लेकिन जी वारिस शाह दी हीर है वो तो काजी नूं गालां कढदी है। साडी धिऊ दा कुछ ना ला लैंदा सबा टहल टकोर करा लईए वारिस शाह मियाँ असीं हाँ जट सदा खोटे हिक झटका फंद इत्थे ला लईए। ਸਾਡੀਆਂ ਜਿਹੜੀਆਂ ਪੰਜਾਬ ਦੀਆਂ ਜ਼ਾਤਾਂ ਨੇ ਸਾਰੇ ਹੀ ਲੋਕ ਇੱਜ਼ਤਵਾਨ ਨੇ ਜਿੰਨੇ ਵੀ ਨੇ ਪੰਜਾਬ ਦੇ ਲੋਕ ਕਿਸੇ ਵੀ ਕਬੀਲੇ 'ਚ ਕੋਈ ਇੱਕ ਅੱਧਾ ਬੰਦਾ ਬੁਰਾ ਹੋ ਸਕਦਾ ਹੈ ਲੇਕਿਨ ਸਾਰੇ ਕਬੀਲੇ ਨੂੰ ਦਾੜ ਦੇਣਾ ਜਾਂ ਨੌਲ ਦੇਣਾ ਮੈਂ ਸਮਝਦਾ ਹੈ ਠੀਕ ਨਹੀਂ। ਔਰ ਸ਼ਾਇਦ ਇਹੀ ਵਜ੍ਹਾ ਸੀ ਕਿ ਸਾਡੇ ਇੱਥੋਂ ਦੇ ਧਰਤੀ ਦੇ ਅਜ਼ੀਮ ਵਾਸੀਆਂ ਨੂੰ ਸਦੀਆਂ ਤੀਕਰ ਇੰਝ ਨੌਲਿਆ ਗਿਆ ਵੀ ਜੱਟਾਂ ਨੂੰ ਵੀ ਗਾਲਾਂ ਤੇ ਡੋਗਰਾਂ ਨੂੰ ਵੀ ਗਾਲਾਂ ਤੇ ਕੈਂਚੀਆਂ ਐਮਕਾਂ ਨਾਈਆਂ ਦੀਆਂ ਤੇ ਕੁੱਤੀਆਂ ਕਸਾਈਆਂ ਦੀਆਂ मतलब कि साडी धिऊ दा कुछ ना ला लैंदा ते डोगर जट ईमान नूं वेच खांदे। और वारिस शाह दा है कि उन्हें जिथे लैके जाना रांझे नूं उत्थे टकरा करवाउणा उस इंस्टीट्यूशन दे नाल। ठीक है रांझा कहंदा ना उन्हों मलाह नूं बेड़े चाड़ ले रब दे वास्ते ते ठीक मलाह कहंदा असी रब की जाणीए भैन पाड़ा। वारिस शाह जिहड़ा है वो मुल्लां ते उहदी आपस विच मां भैन दी करवाउंदा है ठीक। वारिस शाह विच गुजरिया फेल करदे मुल्लां जोतरे लाउंदे वाहियां नूं ਨਾਲ ਇੱਥੋਂ ਦੇ ਜਿਹੜੇ ਇੱਜ਼ਤਦਾਰ ਲੋਕ ਸਨ ਉਹਨਾਂ ਨੂੰ ਇੰਜ ਦਲਿਆ ਔਰ ਇੰਜ ਦਾੜਿਆ ਵੀ ਜੱਟਾਂ ਨੂੰ ਵੀ ਗਾਲਾਂ ਤੇ ਡੋਗਰਾਂ ਨੂੰ ਵੀ ਗਾਲਾਂ ਤੇ ਕੈਂਚੀਆਂ ਐਮਕਾਂ ਨਾਈਆਂ ਦੀਆਂ ਤੇ ਕੁੱਤੀਆਂ ਕਸਾਈਆਂ ਦੀਆਂ मतलब ਇਹ ਤੁਹਾਡਾ ਇਹ ਖਿਆਲ ਸੀ ਵੀ ਇੱਕ ਬਕਾਇਦਾ ਮਨਸੂਬਾਬੰਦੀ ਕਰਕੇ ਜੱਟਾਂ ਨੂੰ ਨਿਸ਼ਾਨਾ ਬਣਾਇਆ ਗਿਆ। हाँ जी ਜੱਟਾਂ ਨੂੰ ਵੀ ਡੋਗਰਾਂ ਨੂੰ ਵੀ ਹੋਰ ਵੀ ਸਾਰੇ ਕਬੀਲਿਆਂ ਨੂੰ। ਫਿਰ ਵੇਖੋ ਨਾ ਜੀ ਕਿੱਲੇ ਠੋਕਵਾਂ ਇੱਕ ਫਲਾਣੇ ਦਾ ਤੇ ਫਲਾਣੇ ਦਾ ਇੰਜ ਤੇ ਫਲਾਣੇ ਦਾ ਬੀਬੀਆਂ ਦੀ ਵੀ ਭੰਡਣਾ ਕੀਤੀ ਗਈ ਹੈ। ਫਿਰ ਵਾਰਿਸ ਸ਼ਾਹ ਦੀ ਹੀਰ 'ਚ ਇੱਕ ਸਾਨੂੰ ਮਿਲਦਾ ਕਿ ਭਾਬੀ ਆਂਦੀ ਹੈ ਸਾਡਾ ਹੁਸਨ ਪਸੰਦ ਨਾ ਲਿਆਵਣਾ ਹੈ। ਯਨਗਾ ਖਾਤੂਨ ਜਿਹੜੀ ਵੱਡੀ ਭਾਬੀ ਸੀ ਉਹਦੀ ਹਾਂਜੀ ਉਹ ਆਂਦੀ ਹੈ ਸਾਡਾ ਹੁਸਨ ਪਸੰਦ ਨਾ ਲਿਆਵਣਾ ਹੈ ਜਾਂ ਨੱਢੀ ਸਿਆਲਾਂ ਦੀ ਵਿਆਹ ਲਿਆਵੀਂ ਤੇ ਰਾਤੀ ਦਿਨੇ ਬੂਹਿਓਂ ਕੱਢਣੀ ਮਿਲੇ ਨਾ ਹੀ ਰਾਤੀ ਕੰਧ ਪਿਛਵਾੜਿਓਂ ਢਾ ਲਿਆਵੀਂ। ਤੇ ਇਹਦਾ ਮਤਲਬ ਇਹ ਕੀ ਸਬਕ ਮਿਲ ਰਿਹਾ ਸਾਨੂੰ? ਸਬਕ ਇਹ ਮਿਲ ਰਿਹਾ ਫਹਾਸ਼ੀ ਦਾ। ਹਾਂਜੀ ਭਰਜਾਈ ਜਿਹੜੀ ਹੈ ਉਹ ਤੇ ਸਾਡੇ ਵਾਸਤੇ ਮਾਂ ਦੇ ਦਰਜੇ ਤੇ ਹੁੰਦੀ ਹੈ ਵੱਡੀ ਭੈਣ ਦੇ ਦਰਜੇ ਤੇ ਹੁੰਦੀ ਹੈ ਪੰਜਾਬ ਦੇ ਕਲਚਰ। ਕੋਈ ਸ਼ੱਕ ਨਹੀਂ ਜਨਾਬ ਮੂੰਹ ਆਖ ਕੜਮਾਈਆਂ ਖੋਲ ਲੈਂਦੇ ਹਾਂਜੀ ਤੇ ਵਾਰਿਸ ਸ਼ਾਹ ਨਾਲ ਮੌਤ ਬਿਰ ਜਾਣੀ ਹੈ ਜੀ ਕੋਲ ਜੱਟ ਸੁਨਿਆਰ ਕਸਾਈਆਂ ਦਾ ਤੇ ਧੀਆਂ ਨੂੰ ਦੋ ਦੋ ਕਸਮ ਦਿੰਦੇ ਮਤਲਬ ਇਹ ਸਾਡੇ ਨਾਲ ਮੈਂ ਸਮਝਣਾ ਜ਼ਿਆਦਤੀ ਸੀ। ਵਾਰਿਸ ਸ਼ਾਹ ਦੀ ਚ ਮਿਲਦਾ ਕਿ ਸਾਡੀ ਧੀ ਦਾ ਕੁਝ ਨਾ ਰਾਂਝੇ ਆਪਣਾ ਚੂਚਕ ਆਖਿਆ ਜਾ ਮਨਾ ਉਸ ਨੂੰ। ਜਦੋਂ ਰਾਂਝਾ ਨਾਰਾਜ਼ ਹੋ ਗਿਆ ਨਾ ਜੀ ਤੇ ਉਹਨੇ ਆਖਿਆ ਜੀ ਤੁਸੀਂ ਕੁੜੀ ਤੇ ਲਾਂਭੇ ਮੰਗ ਛੜੀਏ ਵਾਰਿਸ ਸ਼ਾਹ ਦੇ ਕਿਸੇ ਦੇ ਮੁਤਾਬਕ ਠੀਕ ਹੈ ਤੇ ਤੁਸੀਂ ਕੁੜੀ ਤੇ ਲਾਂਭੇ ਮੰਗ ਛੜੀ ਤੇ ਮੇਰੇ ਨਾਲ ਵਾਅਦਾ ਕੀਤਾ ਸੀ ਤੇ ਉਸ ਵੇਲੇ ਨਾ ਜੀ ਉਹਨਾਂ ਆਖਿਆ ਜੀ ਮੱਝੀ ਨਹੀਂ ਚੁਗਦੀਆਂ ਤੇ ਉਹ ਆਖਣ ਲੱਗਾ ਕਿ ਚੂਚਕ ਆਖਿਆ ਜਾ ਮਨਾ ਉਸ ਨੂੰ ਮਲਕੀ ਨੂੰ ਆਂਦਾ 4 ਦਿਨ ਤੇ ਮੱਝੀ ਚਰਾ ਲਈਏ ਸਾਡੀ ਧੀ ਦਾ ਕੁਝ ਨਾ ਲਾ ਲੈਂਦਾ ਸਭਾ ਟਹਿਲ ਟਕੋਰ ਕਰਾ ਲਈਏ ਜਦੋਂ ਧੀ ਡੋਲੀ ਵਿੱਚ ਪਾ ਦਈਏ ਰੁੱਸ ਪਏ ਜਵਾਬ ਮੁਰਚਾ ਦਈਏ ਤੇ ਵਾਰਿਸ ਸ਼ਾਹ ਸੀ ਜੱਟ ਹਾਂ ਸਦਾ ਖੋਟੇ ਕੋਈ ਝਟਕਾ ਫੰਦ ਹੀ ਲਾ ਲਈਏ। ਤਾਂ ਮੈਂ ਸਮਝਦਾ ਜੱਟ ਇੱਕ ਮਰਲੇ ਦਾ ਵੀ ਮਾਲਕ ਹੋਏ ਤੇ ਏਡਾ ਬਗੈਰਤ ਨਹੀਂ ਹੁੰਦਾ ਜਿੱਡਾ ਇਸ ਕਿਤਾਬ ਦੇ ਵਿੱਚ ਪੇਂਟ ਕੀਤਾ ਗਿਆ ਸਾਨੂੰ ਸਦੀਆਂ ਤੱਕ। ਦਿਖਾਉਂਦਾ ਇਹ ਹੈ ਵਾਰਿਸ ਸ਼ਾਹ ਕਿ ਮੁੱਲਾ ਜਿਹੜਾ ਹੈ ਉਹ ਕਹਿੰਦਾ ਹੈ ਕਿ ਅਸੀਂ ਰੱਬ ਕੀ ਜਾਣੀਏ ਭੈਣ ਪਾੜਾ। ਔਰ ਦਿਖਾਉਂਦਾ ਇਹ ਹੈ ਵਾਰਿਸ ਸ਼ਾਹ ਕਿ ਮੁੱਲਾ ਜਿਹੜਾ ਹੈ ਉਹ ਕਹਿੰਦਾ ਹੈ ਕਿ ਅਸੀਂ ਰੱਬ ਕੀ ਜਾਣੀਏ ਭੈਣ ਪਾੜਾ। ਸਾਡੀ ਧੀ ਦਾ ਕੁਝ ਨਾ ਲਾ ਲੈਂਦਾ 4 ਦਿਨ ਤਾਂ ਮੱਝੀ ਚਰਾ ਲਈਏ ਉਹਨੂੰ ਮਨਾ ਕੇ ਲੈ ਆਇਆ। ਸਾਡੀ ਧੀ ਦਾ ਇਸ਼ਕ ਕਰ ਰਿਹਾ ਹੈ ਸਾਡਾ ਕੀ ਵਿਗੜਦਾ ਹੈ 4 ਦਿਨ ਮੱਝਾਂ ਤੇ ਚਰਾ ਲਈਏ ਜਦੋਂ ਹੀਰ ਦਾ ਵਿਆਹ ਹੋ ਜਾਏਗਾ ਉਦੋਂ ਜਵਾਬ ਦੇ ਦਿਆਂਗੇ ਫਿਰ ਵੇਖਿਆ ਜਾਏਗਾ ਜੋ ਹੋਏ। ਸ਼ਰਤ ਇਹ ਹੈਗੀ ਹੈ ਕਿ ਜਿਹੜੀ ਵੱਡੀ ਹੈ ਉਹਨੂੰ ਮਾਂ ਬਰਾਬਰ ਜਾਣਨਾ ਤੇ ਛੋਟੀ ਨੂੰ ਭੈਣ ਬਰਾਬਰ ਜਾਣਨਾ ਹੈ। ਰਾਂਝਾ ਉੱਥੇ ਆਕੜ ਜਾਂਦਾ ਹੈ। ਰਾਂਝਾ ਕਹਿੰਦਾ ਜੋਗੀਆ ਤੂੰ ਪਾਗਲ ਹੈ ਜੇ ਮੈਂ ਇਹ ਕਰ ਸਕਦਾ ਮੈਂ ਵੱਡੀ ਨੂੰ ਮਾਂ ਤੇ ਛੋਟੀ ਨੂੰ ਭੈਣ ਜਾਣ ਸਕਦਾ ਤੇ ਮੈਂ ਇਹਨਾਂ ਮੁਸੀਬਤਾਂ 'ਚ ਕਿਉਂ ਪੈਂਦਾ? ਮੈਂ ਤੇ ਇੱਕ ਔਰਤ ਦੇ ਇਸ਼ਕ ਦੇ ਵਿੱਚ ਜੋਗੀ ਹੋਇਆ।